सब तो पहले ਅਸੀਂ देखना है कि लॉ की ਹੁੰਦਾ है। लॉ ਹੁੰਦਾ है ਕੋਡੀਫਿਕੇਸ਼ਨ ਕਰਨਾ ਐਥਿਕਸ ਦੀ ਇਨਟੂ ਦੀ ਸਪੈਸ਼ਲ ਸੋਸ਼ਲ ਰੂਲਸ ਵਿੱਚ, ਰੈਗੂਲੇਸ਼ਨਸ ਵਿੱਚ ਜਾਂ ਪ੍ਰਿਸਕ੍ਰਿਪਸ਼ਨਸ ਵਿੱਚ। ਮਤਲਬ ਕੋਡੀਫਿਕੇਸ਼ਨ ਦਾ ਮਤਲਬ ਕੀ ਹੁੰਦਾ ਹੈ ਕਿ ਅਰੇਂਜ ਕਰਨਾ ਲॉ ਨੂੰ। ਜਿਹੜਾ ਲॉ ਹੈਗਾ ਵੱਖਰੀ ਵੱਖਰੀ ਚੀਜ਼ਾਂ ਨੂੰ ਇਕੱਠੇ ਕਰਕੇ ਬਣਾਇਆ ਜਾਂਦਾ ਹੈ, ਡਿਫਰੈਂਟ ਐਥਿਕਸ ਨੂੰ ਇਕੱਠੇ ਕਰਕੇ ਲॉ ਬਣਾਇਆ ਜਾਂਦਾ ਅਤੇ ਉਸੀ ਪ੍ਰੋਸੈਸ ਆਫ ਅਰੇਂਜਿੰਗ ਆਫ ਲॉ ਨੂੰ ਕੀ ਕਹਿੰਦੇ ਅਸੀਂ, ਕੋਡੀਫਿਕੇਸ਼ਨ ਕਹਿੰਦੇ ਹਾਂ। ਅਤੇ ਲॉ ਕੀ ਹੈ, ਕੋਡੀਫਿਕੇਸ਼ਨ ਆਫ ਐਥਿਕਸ ਹੈਗੀ ਹੈ। ਅਤੇ ਅਗਰ ਅਸੀਂ ਲॉ ਅਤੇ ਐਥਿਕਸ ਦਾ ਇੱਕ ਰਿਲੇਸ਼ਨਸ਼ਿਪ ਦੇਖਣਾ ਤਾਂ ਉਹਦੀ ਬੈਸਟ ਐਗਜ਼ਾਮਪਲ ਹੈਗੀ ਆ ਡਾਇਗਰਾਮ ਪ੍ਰੋਵਾਈਡਡ। ਉਹਦੇ ਵਿੱਚ ਜਿਹੜਾ ਗ੍ਰੇ ਪੋਰਸ਼ਨ ਹੈ ਉਹ ਸਾਨੂੰ ਕੀ ਸ਼ੋ ਕਰਦਾ ਹੈ ਕਿ ਲॉ ਅਤੇ ਐਥਿਕਸ ਵਿੱਚ ਕਿੰਨੀ ਸਿਮਲੈਰਿਟੀਜ਼ ਨੇ, ਅਤੇ ਜਿਹੜਾ ਉਹਨਾਂ ਦਾ ਰਿਮੇਨਿੰਗ ਪੋਰਸ਼ਨ ਹੈ ਉਹ ਸਾਨੂੰ ਸ਼ੋ ਕਰਦਾ ਹੈ ਲॉ ਅਤੇ ਐਥਿਕਸ ਵਿੱਚ ਡਿਫਰੈਂਸ। ਅਗਰ ਅਸੀਂ ਇੱਕ ਸੈਂਸ ਵਿੱਚ ਲੈ ਕੇ ਚੱਲੀਏ ਤਾਂ ਬਿਜ਼ਨਸ ਐਥਿਕਸ ਕੈਨ ਬੀ ਸੈਡ ਟੂ ਬੀ ਬਿਗਿਨ ਵੇਅਰ ਦੀ ਲॉ ਐਂਡਸ। ਜਿੱਥੇ ਲॉ ਖਤਮ ਹੁੰਦਾ ਹੈ ਉੱਥੇ ਬਿਜ਼ਨਸ ਐਥਿਕਸ ਸ਼ੁਰੂ ਹੁੰਦਾ ਹੈ। ਅਤੇ ਬਿਜ਼ਨਸ ਐਥਿਕਸ ਉਹ ਇਸ਼ੂਜ਼ ਹੁੰਦੇ ਆ ਜਿਹੜੇ ਜਨਰਲੀ ਲॉ ਵਿੱਚ ਕਵਰ ਨਹੀਂ ਹੁੰਦੇ ਜਾਂ ਕਿਤੇ ਵੀ ਡਿਫਾਈਨ ਨਹੀਂ ਕੀਤੇ ਜਾਂਦੇ ਕਿ ਕੀ ਚੀਜ਼ ਰੋਂਗ ਹੈ, ਕੀ ਚੀਜ਼ ਰਾਈਟ ਹੈ। ਨੈਕਸਟ ਸਾਡਾ ਟੋਪਿਕ ਆ ਗਿਆ ਬਿਜ਼ਨਸ ਐਥਿਕਸ ਦਾ। ਐਥਿਕਸ ਇਨ ਦੀ ਬਿਜ਼ਨਸ। ਕਹਿੰਦੇ ਐਥਿਕਸ ਦਾ ਜਿਵੇਂ ਸਾਨੂੰ ਪਤਾ ਹੈ ਕਿ ਐਥਿਕਸ ਕੀ ਹੁੰਦਾ ਹੈ ਕਿ ਵਾਟ ਇਜ਼ ਰੋਂਗ ਐਂਡ ਵਾਟ ਇਜ਼ ਰਾਈਟ ਦਾ ਪਤਾ ਹੋਣਾ, ਇੱਕ ਹਿਊਮਨ ਬਿਹੇਵੀਅਰ ਨੂੰ ਜੱਜ ਕਰਨਾ, ਕਿਸੇ ਦਾ ਐਟੀਟਿਊਡ ਜੱਜ ਕਰਨਾ ਕਿ ਉਹ ਕੀ ਚੀਜ਼ ਬੰਦਾ ਸਹੀ ਕਰ ਰਿਹਾ, ਕੀ ਚੀਜ਼ ਗਲਤ ਕਰ ਰਿਹਾ, ਕੀ ਉਹਦੇ ਐਥਿਕਸ ਨੇ। ਇਸ ਤਰੀਕੇ ਨਾਲ ਬਿਜ਼ਨਸ ਐਥਿਕਸ ਕੀ ਹੁੰਦੀ ਹੈ, ਸਟੱਡੀ ਕਰਨਾ ਬਿਜ਼ਨਸ ਦੀ ਸਿਚੁਏਸ਼ਨ ਨੂੰ, ਬਿਜ਼ਨਸ ਦੀ ਐਕਟੀਵਿਟੀਜ਼ ਨੂੰ ਅਤੇ ਡਿਸੀਜਨਸ ਨੂੰ ਜਿਹੜੇ ਬਿਜ਼ਨਸ ਵਿੱਚ ਲਏ ਜਾਂਦੇ ਹੈ ਕਿ ਸਹੀ ਨੇ ਜਾਂ ਗਲਤ ਨੇ, ਉਹ ਹੋ ਗਏ ਬਿਜ਼ਨਸ ਐਥਿਕਸ। ਬਿਜ਼ਨਸ ਐਥਿਕਸ ਨੂੰ ਹੋਰ ਕੀ ਕਹਿੰਦੇ ਆ, ਕਾਰਪੋਰੇਟਿਵ ਐਥਿਕਸ ਵੀ ਕਹਿੰਦੇ ਆ, ਜਿਹੜਾ ਕੀ ਐਗਜ਼ਾਮਿਨ ਕਰਦਾ ਹੈ ਐਥੀਕਲ ਪ੍ਰਿੰਸੀਪਲਸ, ਮੋਰਲਸ ਔਰ ਦੀ ਐਥੀਕਲ ਪ੍ਰੋਬਲਮਸ ਜਿਹੜੀ ਬਿਜ਼ਨਸ ਦੇ ਇਨਵਾਇਰਮੈਂਟ ਵਿੱਚ ਖੜੀਆਂ ਹੁੰਦੀਆਂ। ਬਿਜ਼ਨਸ ਐਥਿਕਸ ਨਾਲ ਅਸੀਂ ਕੀ ਚੀਜ਼ ਕਰ ਸਕਦੇ ਹਾਂ, ਬਿਜ਼ਨਸ ਦੀ ਪ੍ਰੋਬਲਮਸ ਨੂੰ ਦੇਖ ਸਕਦੇ ਹਾਂ, ਬਿਜ਼ਨਸ ਦੀ ਐਕਟੀਵਿਟੀਜ਼ ਨੂੰ ਸਮਝ ਸਕਦੇ ਹਾਂ ਕਿ ਉਹ ਗਲਤ ਨੇ ਜਾਂ ਸਹੀ ਨੇ। ਅਸੀਂ ਬਿਜ਼ਨਸ ਦੀ ਜਿਹੜੀ ਇਨਵਾਇਰਮੈਂਟ ਹੈ ਉਹਨੂੰ ਸਟੱਡੀ ਕਰ ਸਕਦੇ ਹਾਂ। ਐਥੀਕਲ ਬਿਜ਼ਨਸ ਜਿਹੜਾ ਹੁੰਦਾ ਉਹ ਗੁੱਡ ਬਿਜ਼ਨਸ ਹੁੰਦਾ, ਮਤਲਬ ਜਿਹੜੇ ਅਸੀਂ 7 ਪ੍ਰਿੰਸੀਪਲਸ ਪੜ੍ਹੇ ਉਹ ਵੀ ਇੱਕ ਤਰੀਕੇ ਦੇ ਬਿਜ਼ਨਸ ਦੇ ਐਥਿਕਸ ਸੀਗੇ। ਜਿਹੜਾ ਐਥੀਕਲ ਬਿਜ਼ਨਸ ਹੁੰਦਾ ਇੱਕ ਅੱਛਾ ਬਿਜ਼ਨਸ ਮੰਨਿਆ ਜਾਂਦਾ ਹੈ। ਅਤੇ ਜਿਹੜਾ ਐਥੀਕਲ ਬਿਜ਼ਨਸ ਹੈ ਉਹ ਕੀ ਇੰਪਰੂਵ ਕਰਦਾ, ਪਬਲਿਕ ਦਾ ਇੰਟਰਸਟ, ਪਬਲਿਕ ਵਿੱਚ ਇਮੇਜ ਅਤੇ ਪਬਲਿਕ ਦਾ ਕੌਨਫੀਡੈਂਸ ਅਤੇ ਉਹਦਾ ਟਰਸਟ ਲੈਣ ਵਿੱਚ ਅੱਛਾ ਹੁੰਦਾ। ਫੋਰ ਐਗਜ਼ਾਮਪਲ ਅਗਰ ਅਸੀਂ ਕੋਈ ਬਿਜ਼ਨਸ ਕਰ ਰਹੇ ਹਾਂ ਜਿਹਦੇ ਵਿੱਚ ਅਸੀਂ ਕਿਸੇ ਪਬਲਿਕ ਨੂੰ ਨੁਕਸਾਨ ਦੇ ਰਹੇ ਹਾਂ, ਪਬਲਿਕ ਤੋਂ ਪੈਸਾ ਲੈ ਰਹੇ ਹਾਂ ਜਾਂ ਉਹਨਾਂ ਨੂੰ ਬਿਲਕੁਲ ਪ੍ਰੋਫਿਟ ਨਹੀਂ ਦਿੱਤਾ ਜਾ ਰਿਹਾ, ਉਹਦੇ ਵਿੱਚ ਕੀ ਹੈ ਲੋਕਾਂ ਦਾ ਇੰਟਰਸਟ ਘੱਟ ਹੋ ਜਾਊਗਾ, ਲੋਕਾਂ ਦਾ ਟਰਸਟ ਘੱਟ ਹੋ ਜਾਊਗਾ। ਬਟ ਅਗਰ ਅਸੀਂ ਉਹਨੂੰ ਐਥੀਕਲ ਵੇ ਨਾਲ ਕਰਾਂਗੇ, ਪ੍ਰੋਪਰ ਓਨੈਸਟੀ ਨਾਲ ਕਰਾਂਗੇ, ਲੋਕਾਂ ਨੂੰ ਸਾਰੀ ਚੀਜ਼ਾਂ ਓਪਨਨੈਸ ਨਾਲ ਦਿਖਾਵਾਂਗੇ ਕਿ ਸਾਡੀ ਕੰਪਨੀ ਇਸ ਚੀਜ਼ ਨਾਲ ਰਿਲੇਟਿਡ ਹੈ, ਸਾਨੂੰ ਇਹ ਪ੍ਰੋਫਿਟ ਹੋ ਰਿਹਾ, ਉਹਦੇ ਨਾਲ ਕੀ ਹੋਣਾ, ਲੋਕਾਂ ਦਾ ਸਾਡੇ ਇੰਟਰਸਟ ਵਧੇਗਾ, ਸਾਡੇ 'ਤੇ ਟਰਸਟ ਵਧੇਗਾ। ਨੈਕਸਟ ਪੁਆਇੰਟ ਆਉਂਦਾ ਪ੍ਰੋਫੈਸ਼ਨਲ ਐਥਿਕਸ ਦਾ। ਕਹਿੰਦੇ ਜਿਹੜੀ ਸੁਸਾਇਟੀ ਹੁੰਦੀ ਹੈ ਉਹ ਫੰਕਸ਼ਨ ਕਰਦੀ ਹੈ ਸੋਸ਼ਲ ਕੋਡ ਆਫ ਕੰਡਕਟ ਦੇ ਉੱਤੇ, ਅਤੇ ਕੰਟਰੀ ਕਿਹਦੇ ਉੱਤੇ ਵਰਕ ਕਰਦੀ ਹੈ, ਕੌਨਸਟੀਟਿਊਸ਼ਨ ਦੇ ਉੱਤੇ। ਇਸੇ ਤਰੀਕੇ ਨਾਲ ਜਿਹੜਾ ਬਿਜ਼ਨਸ ਹੈ ਉਹ ਕਿਹਦੇ 'ਤੇ ਵਰਕ ਕਰਦਾ ਹੈ, ਕਾਰਪੋਰੇਟ ਕੋਡ ਦੇ ਉੱਤੇ। ਹਰ ਇੱਕ ਬਿਜ਼ਨਸ ਦਾ ਇੱਕ ਪ੍ਰੋਫੈਸ਼ਨਲ ਕੋਡ ਆਫ ਕੰਡਕਟ ਹੁੰਦਾ ਹੈ, ਹਰ ਇੱਕ ਬਿਜ਼ਨਸ ਦਾ। ਜਿਹੜਾ ਬਿਜ਼ਨਸ ਹੈ ਉਹ ਕਿਸੇ ਵੀ ਆਪਣੇ ਕੋਡ ਆਫ ਕੰਡਕਟ ਤੋਂ ਬਾਹਰ ਜਾ ਕੇ ਕੋਈ ਕੰਮ ਨਹੀਂ ਕਰ ਸਕਦਾ। ਕੋਈ ਵੀ ਪ੍ਰੋਫੈਸ਼ਨਲ ਹੈ ਉਹਨੂੰ ਜਿਹੜਾ ਵੀ ਆਪਣਾ ਕੰਮ ਹੈ ਵਿਦਿਨ ਦੀ ਕੋਡ ਆਫ ਕੰਡਕਟ ਹੀ ਕਰਨਾ ਪੈਂਦਾ ਹੈ। ਹਰ ਇੱਕ ਪ੍ਰੋਫੈਸ਼ਨਲ ਨੇ ਆਪਣੇ ਪ੍ਰੋਫੈਸ਼ਨਲ ਕੋਡ ਨੂੰ ਫੋਲੋ ਕਰਦੇ ਹੋਏ ਹੀ ਕੰਮ ਕਰਨਾ, ਉਹ ਆਪਣੇ ਪ੍ਰੋਫੈਸ਼ਨਲ ਕੋਡ ਤੋਂ ਬਾਹਰ ਨਹੀਂ ਜਾ ਸਕਦਾ। ਫੋਰ ਐਗਜ਼ਾਮਪਲ ਅਗਰ ਅਸੀਂ ਡਾਕਟਰਸ ਦੀ ਗੱਲ ਕਰੀਏ ਤਾਂ ਡਾਕਟਰਸ ਦਾ ਵੀ ਇੱਕ ਕੋਡ ਬਣਿਆ ਹੁੰਦਾ ਕਿ ਇੱਕ ਮੈਡੀਕਲ ਪ੍ਰੋਫੈਸ਼ਨਲ ਹੈਗਾ ਉਹ ਇਸ ਚੀਜ਼ ਨੂੰ ਨਹੀਂ ਕਰ ਸਕਦਾ, ਉਹਨਾਂ ਦਾ ਪ੍ਰੋਪਰ ਇੱਕ ਕੋਡੀਫਿਕੇਸ਼ਨ ਹੋਈ ਹੁੰਦੀ ਉਹਨਾਂ ਦੇ ਰੂਲਸ ਅਤੇ ਰੈਗੂਲੇਸ਼ਨ ਦੀ। ਲਾਇਰਸ ਦੀ ਗੱਲ ਕਰੀਏ ਉਹਨਾਂ ਦੇ ਇੱਕ ਪ੍ਰੋਪਰ ਕੋਡੀਫਿਕੇਸ਼ਨ ਬਣਿਆ ਹੁੰਦਾ, ਐਡਵੋਕੇਟਸ ਐਕਟ ਹੁੰਦਾ ਜਿਹਦੇ ਵਿੱਚ ਦੱਸਿਆ ਹੁੰਦਾ ਕਿ ਇੱਕ ਐਡਵੋਕੇਟ ਕੀ ਕੰਮ ਕਰ ਸਕਦਾ ਹੈ, ਕੀ ਕੰਮ ਨਹੀਂ ਕਰ ਸਕਦਾ। ਇਸੇ ਤਰੀਕੇ ਨਾਲ ਹਰ ਬਿਜ਼ਨਸ ਦੇ ਇੱਕ ਪ੍ਰੋਫੈਸ਼ਨਲ ਐਥਿਕਸ ਹੁੰਦੇ ਆ। ਦੇਅਰ ਆਰ 3 C's ਆਫ ਦੀ ਬਿਜ਼ਨਸ ਐਥਿਕਸ। 3 C ਪ੍ਰੋਵਾਈਡ ਕੀਤੇ ਗਏ ਆ ਬਿਜ਼ਨਸ ਐਥਿਕਸ ਦੇ। ਪਹਿਲਾ ਆ ਜਾਂਦਾ ਕੰਪਨਸੇਸ਼ਨ, ਦੂਸਰਾ ਆ ਜਾਂਦਾ ਕੰਪੀਟੈਂਸੀ, ਤੀਸਰਾ ਆ ਜਾਂਦਾ ਕਰੈਕਟਰ। ਕੰਪਨਸੇਸ਼ਨ ਕੀ ਹੋ ਗਿਆ, ਸੈਲਰੀ ਦੇਣੀ, ਬੋਨਸਿਸ ਦੇਣੇ ਸਭ ਨੂੰ। ਕੰਪੀਟੈਂਸੀ 'ਚ ਇਨਕਲੂਡ ਹੋ ਜਾਂਦੀ ਹੈ ਐਜੂਕੇਸ਼ਨਲ ਕੁਆਲੀਫਿਕੇਸ਼ਨਸ, ਅਤੇ ਕਰੈਕਟਰ ਵਿੱਚ ਇਨਕਲੂਡ ਹੋ ਜਾਂਦਾ ਪ੍ਰੋਫੈਸ਼ਨਲ ਸਕਿੱਲਸ। ਅਤੇ ਹੁਣ ਅਗਰ ਨਿਊਲੀ ਐਡਿਡ ਸਿਲੇਬਸ ਦੀ ਗੱਲ ਕਰੀਏ ਤਾਂ ਇਹਦੇ ਵਿੱਚ 3 P's ਵੀ ਇਨਕਲੂਡ ਕੀਤੇ ਗਏ ਹੈ। ਪਹਿਲਾ ਆ ਜਾਂਦਾ ਪੀਪਲ,
ਜਿਹਦੇ ਵਿੱਚ ਇਨਕਲੂਡ ਹੁੰਦੀ ਉਹਨਾਂ ਦੀ ਸੋਸ਼ਲ ਵੈਲਿਊਜ਼, ਜਿਵੇਂ ਇੰਪਲੋਇਜ਼, ਕਸਟਮਰਸ, ਜਨਰਲ ਪਬਲਿਕ। ਨੈਕਸਟ ਆ ਜਾਂਦਾ ਪਲੈਨਟ ਇਨਵਾਇਰਨਮੈਂਟ, ਪ੍ਰੋਟੈਕਟਿੰਗ ਰਿਸੋਰਸਿਸ। ਮਤਲਬ ਅਗਰ ਕੋਈ ਬਿਜ਼ਨਸ ਕਰ ਰਹੇ ਹਾਂ ਤਾਂ ਸਾਨੂੰ ਕੀ ਕਰਨਾ ਚਾਹੀਦਾ, ਜਿਹੜੇ ਰਿਸੋਰਸਿਸ ਹੈ ਉਹਨਾਂ ਨੂੰ ਵੀ ਪ੍ਰੋਟੈਕਟ ਕਰਨਾ ਚਾਹੀਦਾ। ਕੋਈ ਵੀ ਐਵੇਂ ਦਾ ਬਿਜ਼ਨਸ ਨਹੀਂ ਕਰਨਾ ਚਾਹੀਦਾ ਜਿਹਦੇ ਵਿੱਚ ਹਾਰਮ ਹੋਵੇ ਇਨਵਾਇਰਨਮੈਂਟ ਨੂੰ। ਚੌਥਾ ਆ ਜਾਂਦਾ ਪ੍ਰੋਫਿਟ, ਰਿਟਰਨ ਔਰ ਇਨਵੈਸਟਮੈਂਟ, ਕ੍ਰੀਏਟਿੰਗ ਵੈਲਿਊ ਆਫ ਦੀ ਬਿਜ਼ਨਸ ਇਨ ਦੀ ਮੋਨੇਟਰੀ ਟਰਮਸ। ਹੁਣ ਕਹਿੰਦੇ ਬਿਜ਼ਨਸ ਐਥਿਕਸ ਦੀ ਸਾਨੂੰ ਜ਼ਰੂਰਤ ਕਿਉਂ ਪਈ। ਪਹਿਲੀ ਗੱਲ ਆਉਂਦੀ ਹੈ ਸਟਾਪ ਬਿਜ਼ਨਸ ਮਾਲ ਪ੍ਰੈਕਟਿਸਿਸ। ਜਿਹੜੀ ਬਿਜ਼ਨਸ ਵਿੱਚ ਲੋਕ ਚੀਟਿੰਗ ਕਰਦੇ ਹੈ ਜਾਂ ਫਿਰ ਕੋਈ ਹੋਰ ਤਰੀਕੇ ਦੀ ਪ੍ਰੈਕਟਿਸਿਸ ਅਪਣਾਉਂਦੇ ਹੈ, ਡਿਸਓਨੈਸਟੀ ਕਰਦੇ ਹੈ, ਉਸ ਚੀਜ਼ ਨੂੰ ਕਰਬ ਕਰਨ ਲਈ, ਉਸ ਚੀਜ਼ ਨੂੰ ਰੋਕਣ ਲਈ ਬਿਜ਼ਨਸ ਐਥਿਕਸ ਦੀ ਜ਼ਰੂਰਤ ਹੈ। ਜਿਵੇਂ ਇਹਨਾਂ ਨੇ ਮਾਲ ਪ੍ਰੈਕਟਿਸਿਸ ਦੀ ਐਗਜ਼ਾਮਪਲਸ ਦਿੱਤੀਆਂ ਹੈ, ਬਲੈਕ ਮਾਰਕੀਟਿੰਗ ਹੋ ਗਈ, ਆਰਟੀਫਿਸ਼ੀਅਲ ਹਾਈ ਪ੍ਰਾਈਸਿੰਗ ਹੋ ਗਈ, ਮਤਲਬ ਜਿੰਨਾ ਐਕਚੁਅਲ ਪ੍ਰਾਈਸ ਹੈ ਉਸ ਤੋਂ ਕਾਫੀ ਹਾਈ ਪ੍ਰਾਈਸ ਵਿੱਚ ਕੋਈ ਚੀਜ਼ ਵੇਚਣਾ, ਅਡਲਟ੍ਰੇਸ਼ਨ ਹੋ ਗਈ, ਮਿਕਸਿੰਗ ਕਰਨਾ, ਜਿਵੇਂ ਅੱਜ ਕੱਲ੍ਹ ਅਸੀਂ ਦੇਖਦੇ ਕਿ ਹਰ ਚੀਜ਼ 'ਚ ਮਿਲਾਵਟ ਹੈ, ਇਸ ਤਰੀਕੇ ਨਾਲ। ਨੈਕਸਟ ਆ ਗਿਆ ਇੰਪਰੂਵ ਕਸਟਮਰਸ ਕੌਨਫੀਡੈਂਸ। ਅਗਰ ਬਿਜ਼ਨਸ ਐਥੀਕਲ ਵੇ ਨਾਲ ਨਹੀਂ ਫੋਲੋ ਕੀਤਾ ਜਾਊਗਾ ਤਾਂ ਕਸਟਮਰਸ ਦਾ ਭਰੋਸਾ ਉੱਠ ਜਾਏਗਾ ਉਸ ਬਿਜ਼ਨਸ ਤੋਂ। ਅਤੇ ਬਿਜ਼ਨਸ ਨੂੰ ਅਗਰ ਕਸਟਮਰਸ ਦਾ ਭਰੋਸਾ ਕਰਨਾ ਹੈ, ਕਸਟਮਰ ਦਾ ਭਰੋਸਾ ਬਣਾਇਆ ਰੱਖਣਾ ਹੈ, ਤਾਂ ਬਿਜ਼ਨਸ ਇੱਕ ਐਥੀਕਲ ਵੇ ਨਾਲ ਹੀ ਕੀਤਾ ਜਾਣਾ ਚਾਹੀਦਾ ਹੈ। ਨੈਕਸਟ ਗੱਲ ਆ ਜਾਂਦੀ ਹੈ ਸਰਵਾਈਵਲ ਆਫ ਦੀ ਬਿਜ਼ਨਸ। ਅਗਰ ਕਿਸੇ ਬਿਜ਼ਨਸ ਨੇ ਲੌਂਗ ਟਰਮ ਪਰਫੋਰਮ ਕਰਨਾ ਹੈ ਤਾਂ ਉਹਨੂੰ ਬਿਜ਼ਨਸ ਐਥਿਕਸ ਫੋਲੋ ਹੀ ਕਰਨੇ ਪੈਣਗੇ, ਕਿਉਂਕਿ ਅਗਰ ਕੋਈ ਬਿਜ਼ਨਸ ਕਿਸੇ ਕਸਟਮਰ ਨੂੰ ਇੱਕ ਟਾਈਮ ਚੀਟ ਕਰਦਾ ਹੈ ਤਾਂ ਜ਼ਰੂਰੀ ਨਹੀਂ ਹੈ ਕਿ ਉਹ ਹਰ ਵਾਰ ਉਸ ਕਸਟਮਰ ਨੂੰ ਚੀਟ ਕਰ ਸਕੇ, ਬਿਕੋਜ਼ ਉਹ ਇੱਕੋ ਵਾਰ ਚੀਟ ਕਰ ਸਕਦਾ, ਬਾਰ-ਬਾਰ ਕਸਟਮਰ ਉਹਦੇ ਕੋਲ ਨਹੀਂ ਜਾਊਗਾ ਅਤੇ ਉਹ ਲੌਂਗ ਰਨ ਵਿੱਚ ਨਹੀਂ ਚੱਲ ਪਾਏਗਾ। ਇਸ ਕਰਕੇ ਸਰਵਾਈਵਲ ਅਗਰ ਬਿਜ਼ਨਸ ਦੀ ਲੌਂਗ ਟਰਮ ਚਾਹੀਦੀ ਹੈ, ਉਹਦੇ ਲਈ ਵੀ ਬਿਜ਼ਨਸ ਐਥਿਕਸ ਫੋਲੋ ਕਰਨੇ ਬਹੁਤ ਜ਼ਰੂਰੀ ਹੈ। ਸੇਫ ਗਾਰਡਿੰਗ ਦੀ ਕੰਜ਼ਿਊਮਰਸ ਰਾਈਟ। ਕੰਜ਼ਿਊਮਰ ਦੇ ਵੀ ਆਪਣੇ ਰਾਈਟ ਹੁੰਦੇ ਆ, ਜਿਹੜਾ ਸਾਡਾ ਕਸਟਮਰ ਹੈ ਉਹਦੇ ਵੀ ਰਾਈਟ ਨੇ ਕਿ ਉਹਨੂੰ ਜਿਵੇਂ ਰਾਈਟ ਟੂ ਹੈਲਥ ਐਂਡ ਸੇਫਟੀ ਦਾ, ਰਾਈਟ ਟੂ ਬੀ ਇਨਫੋਰਮਡ, ਰਾਈਟ ਟੂ ਚੂਜ਼, ਕਿ ਉਹਦੇ ਕੋਲ ਆਪਸ਼ਨ ਹੈ ਉਹ ਕੀ ਚੀਜ਼ ਲੈਣਾ ਚਾਹੁੰਦਾ ਹੈ, ਰਾਈਟ ਟੂ ਬੀ ਹਰਡ, ਰਾਈਟ ਟੂ ਰਿਡਰੈਸ ਐਕਸੈਕਟਰਾ। ਮਤਲਬ ਉਹਦੇ ਕੋਲ ਵੀ ਰਾਈਟ ਹੈ ਕਿ ਅਗਰ ਅਸੀਂ ਕੋਈ ਖਾਣ ਪੀਣ ਵਾਲੀ ਸਮਾਨ ਵੇਚ ਰਹੇ ਹਾਂ ਤਾਂ ਉਹ ਹੈਲਦੀ ਅਤੇ ਸੇਫ ਹੋਣਾ ਚਾਹੀਦਾ ਹੈ। ਇਹ ਕੰਜ਼ਿਊਮਰ ਦਾ ਰਾਈਟ ਹੈ, ਅਸੀਂ ਉਹਦੇ ਰਾਈਟਸ ਨੂੰ ਇਨਫਰਿੰਜ ਨਹੀਂ ਕਰ ਸਕਦੇ। ਮਤਲਬ ਅਸੀਂ ਉਹਦੇ ਰਾਈਟ ਨੂੰ ਇਨਫਰਿੰਜ ਨਹੀਂ ਕਰਾਂਗੇ। ਅਗਰ ਅਸੀਂ ਕਰਾਂਗੇ ਤਾਂ ਸਾਨੂੰ ਉਹਦੀ ਪੈਨਲਟੀ ਪਊਗੀ, ਸਾਨੂੰ ਉਹਦੇ ਲਈ ਪਨਿਸ਼ਮੈਂਟ ਭੋਗਣੀ ਪਊਗੀ, ਸਾਨੂੰ ਪਨਿਸ਼ਮੈਂਟ ਝੇਲਣੀ ਪਊਗੀ। ਨੈਕਸਟ ਆ ਜਾਂਦਾ ਪ੍ਰੋਟੈਕਟਿੰਗ ਦੇ ਇੰਪਲੋਇਜ਼ ਐਂਡ ਦੀ ਸ਼ੇਅਰ ਹੋਲਡਰਸ। ਅਗਰ ਅਸੀਂ ਬਿਜ਼ਨਸ ਦੇ ਐਥਿਕਸ ਨੂੰ ਫੋਲੋ ਕਰਾਂਗੇ ਅਤੇ ਜਿਹੜੇ ਸ਼ੇਅਰ ਹੋਲਡਰਸ ਨੇ ਜਾਂ ਇੰਪਲੋਇਜ਼ ਨੇ ਜਾਂ ਡੀਲਰਸ ਨੇ ਸਾਰੇ ਖੁਸ਼ ਰਹਿਣਗੇ, ਸਾਰਿਆਂ ਦਾ ਇੰਟਰਸਟ ਵਧੂਗਾ ਅਤੇ ਜਿਹੜਾ ਅਨਫੇਅਰ ਟਰੇਡ ਪ੍ਰੈਕਟਿਸਿਸ ਹੁੰਦੀਆਂ, ਗਲਤ ਕੰਮ ਹੁੰਦੇ ਬਿਜ਼ਨਸਿਸ ਵਿੱਚ, ਉਹ ਨਹੀਂ ਹੋਣਗੇ। ਨੈਕਸਟ ਆ ਗਿਆ ਡਿਵੈਲਪ ਗੁੱਡ ਰਿਲੇਸ਼ਨਸ। ਇਹ ਬਿਜ਼ਨਸ ਐਥਿਕਸ ਦੇ ਨਾਲ ਕੀ ਹੁੰਦਾ ਹੈ, ਗੁੱਡ ਰਿਲੇਸ਼ਨਸ ਬਣਦੇ ਆ ਬਿਜ਼ਨਸ ਅਤੇ ਸੁਸਾਇਟੀ ਵਿੱਚ। ਅਗਰ ਬਿਜ਼ਨਸ ਅਤੇ ਸੁਸਾਇਟੀ ਵਿੱਚ ਗੁੱਡ ਰਿਲੇਸ਼ਨ ਹੋਣਗੇ ਤਾਂ ਕੀ ਹੋਊਗਾ, ਅੱਛੀ ਗੁੱਡ ਕੁਆਲਿਟੀ ਦੇ ਪ੍ਰੋਡਕਟਸ ਮਿਲਣਗੇ ਚੀਪ ਪ੍ਰਾਈਸਿਸ 'ਤੇ। ਕ੍ਰੀਏਟ ਗੁੱਡ ਇਮੇਜ। ਅਗਰ ਬਿਜ਼ਨਸ ਐਥਿਕਸ ਨੂੰ ਕੋਈ ਬਿਜ਼ਨਸ ਫੋਲੋ ਕਰੂਗਾ ਤਾਂ ਉਹਦੀ ਇਮੇਜ ਸੁਸਾਇਟੀ ਵਿੱਚ ਅੱਛੀ ਹੋ ਜਾਏਗੀ। ਸਮੂਥ ਫੰਕਸ਼ਨਿੰਗ। ਸਮੂਥ ਫੰਕਸ਼ਨਿੰਗ ਕੀ ਹੈ ਕਿ ਅਗਰ ਬਿਜ਼ਨਸ ਐਥਿਕਸ ਫੋਲੋ ਕੀਤੇ ਜਾਣਗੇ, ਇੰਪਲੋਇਜ਼ ਦਾ ਧਿਆਨ ਰੱਖਿਆ ਜਾਊਗਾ, ਕੰਜ਼ਿਊਮਰਸ ਦਾ ਧਿਆਨ ਰੱਖਿਆ ਜਾਊਗਾ ਅਤੇ ਸਾਰੇ ਲੋਕ ਖੁਸ਼ ਰਹਿਣਗੇ ਅਤੇ ਬਿਜ਼ਨਸ ਸਮੂਥਲੀ ਵਰਕ ਕਰੇਗਾ। ਕੰਜ਼ਿਊਮਰਸ ਮੂਵਮੈਂਟ। ਅੱਜ ਕੱਲ੍ਹ ਕੀ ਹੈ, ਬਿਜ਼ਨਸ ਐਥਿਕਸ ਕਿਉਂ ਜ਼ਿਆਦਾ ਵੱਧ ਰਿਹਾ ਕਿ ਅੱਜ ਕੱਲ੍ਹ ਕੰਜ਼ਿਊਮਰ ਅਵੇਅਰ ਨੇ, ਕੰਜ਼ਿਊਮਰ ਨੂੰ ਪਤਾ ਹੈ ਉਹਨਾਂ ਦੇ ਰਾਈਟਸ ਕੀ ਨੇ, ਅਤੇ ਬਹੁਤ ਮੁਸ਼ਕਿਲ ਹੈ ਜਿਵੇਂ ਕਿ ਪਹਿਲੇ ਬਿਜ਼ਨਸਮੈਨ ਕੰਜ਼ਿਊਮਰਸ ਦਾ ਫਾਇਦਾ ਚੱਕਦੇ ਸੀ, ਉਹ ਚੀਜ਼ ਕਰਨੀ ਹੁਣ ਬਹੁਤ ਮੁਸ਼ਕਿਲ ਹੈ। ਅਤੇ ਅਗਰ ਕੰਜ਼ਿਊਮਰ ਆਪਣੀ ਅਵੇਅਰ ਹੈਗੇ ਨੇ ਅਤੇ ਉਹਦੇ ਵਿੱਚ ਬਿਜ਼ਨਸ ਨੂੰ ਸਰਵਾਈਵ ਕਰਨ ਲਈ ਕੀ ਫੋਲੋ ਕਰਨੇ ਪੈਣੇ ਆ, ਬਿਜ਼ਨਸ ਐਥਿਕਸ ਫੋਲੋ ਕਰਨੇ ਪੈਣੇ ਆ। ਕੰਜ਼ਿਊਮਰ ਸੈਟਿਸਫੈਕਸ਼ਨ ਮਸਟ ਹੈਗੀ ਹੈ। ਕੰਜ਼ਿਊਮਰ ਕੀ ਹੈ, ਮਾਰਕੀਟ ਦਾ ਕਿੰਗ ਹੈ। ਅਗਰ ਮਾਰਕੀਟ ਵਿੱਚ ਕੰਜ਼ਿਊਮਰ ਹੀ ਨਹੀਂ ਹੋਊਗਾ ਤਾਂ ਕੋਈ ਬਿਜ਼ਨਸ ਸਰਵਾਈਵ ਨਹੀਂ ਕਰ ਸਕਦਾ। ਇੰਪੋਰਟੈਂਸ ਆਫ ਲੇਬਰ। ਅਗਰ ਲੇਬਰ ਵਰਕ ਹੀ ਨਹੀਂ ਕਰੂਗੀ ਤਾਂ ਬਿਜ਼ਨਸ ਕਿਵੇਂ ਵਧੂਗਾ। ਲੇਬਰ ਦਾ ਧਿਆਨ ਰੱਖਣਾ ਬਹੁਤ ਇੰਪੋਰਟੈਂਟ ਹੈ। ਲੇਬਰ ਦੀ ਸੈਲਰੀ, ਉਹਨਾਂ ਨੂੰ ਪ੍ਰੋਪਰ ਵੇਜਸ ਦੇਣਾ, ਸੈਲਰੀਜ਼ ਦੇਣਾ, ਬੋਨਸਿਸ ਦੇਣਾ, ਉਹਨਾਂ ਦਾ ਇਨਵਾਇਰਮੈਂਟ ਜਿਹੜਾ ਹੈਗਾ ਜਿਹਦੇ 'ਚ ਉਹ ਵਰਕ ਕਰ ਰਹੇ ਨੇ ਉਹਨਾਂ ਨੂੰ ਅੱਛੀ ਫੈਸਿਲਿਟੀਜ਼ ਪ੍ਰੋਵਾਈਡ ਕਰਨਾ। ਹੈਲਦੀ ਕੰਪੀਟੀਸ਼ਨ। ਸਾਨੂੰ ਇੱਕ ਬਿਜ਼ਨਸ ਐਥਿਕਸ ਕੀ ਪ੍ਰੋਵਾਈਡ ਕਰਦਾ ਕਿ ਅਸੀਂ ਮਾਰਕੀਟ ਵਿੱਚ ਇੱਕ ਹੈਲਦੀ ਕੰਪੀਟੀਸ਼ਨ ਕਰ ਸਕਦੇ। ਹੈਲਦੀ ਕੰਪੀਟੀਸ਼ਨ ਕੀ ਹੋ ਗਿਆ ਕਿ ਅਸੀਂ ਇੱਕ ਦੂਸਰੇ ਦੇ ਨਾਲ ਕਿਸੇ ਹੋਰ ਸਾਡੀ ਜਿਹੜੀ ਕੰਪੀਟੀਟਰ ਬਿਜ਼ਨਸ ਹੈਗੀ ਹੈ, ਬਿਜ਼ਨਸ ਪਾਰਟੀ ਹੈ, ਉਹਦੇ ਨਾਲ ਗਲਤ ਤਰੀਕੇ ਨਾਲ ਕੰਪੀਟੀਸ਼ਨ ਨਾ ਕਰੀਏ, ਬਲਕਿ ਇੱਕ ਹੈਲਦੀ ਕੰਪੀਟੀਸ਼ਨ ਕਰੀਏ ਜਿਹਦੇ ਨਾਲ ਸਭ ਨੂੰ ਫਾਇਦਾ ਹੋਵੇ। ਨੈਕਸਟ ਆ ਜਾਂਦਾ ਸਟੂਡੈਂਟਸ, ਜਿੰਨੇ ਵੀ ਇਹਦੇ ਵਿੱਚ ਡੈਫੀਨੇਸ਼ਨਸ ਪ੍ਰੋਵਾਈਡਡ ਨੇ ਜਾਂ ਈਅਰ ਪ੍ਰੋਵਾਈਡਡ ਨੇ ਉਹ ਜ਼ਰੂਰ ਤੁਸੀਂ ਗੋ ਥਰੂ ਕਰਨਾ ਹੈ ਪੇਪਰ ਪੁਆਇੰਟ ਆਫ ਵਿਊ ਨਾਲ। ਕਿਸੇ ਵੀ ਪਰਸਨ ਨੇ ਕੋਈ ਡੈਫੀਨੇਸ਼ਨ ਦਿੱਤੀ ਹੈ, ਕੋਈ ਉਹਨਾਂ ਨੇ ਕਿਸੇ ਚੀਜ਼ ਬਾਰੇ ਕਿਹਾ ਹੈ, ਉਹ ਸਭ ਤੁਸੀਂ ਇੱਕ ਵਾਰ ਗੋ ਥਰੂ ਕਰਕੇ ਜਾਣੀਏ।